मेरा इस FIR 'ਚ ਨਾਂ ਲਿਖਿਆ ਜਾਵੇ। ਜੇ ਕੋਈ ਹਾਦਸਾ ਹੋ ਜਾਂਦਾ ਸਭ ਤੋਂ ਵੱਡੀ ਮੇਰੀ ਜ਼ਿੰਮੇਵਾਰੀ ਆ। ਤੁਸੀਂ ਮੇਰੀ ਬੇਨਤੀ ਹੈ ਤਫਤੀਸ਼ ਆ ਜਿਹੜੀ ਇਹ ਆਪਣੇ ਹੱਥ ਲੈ ਕੇ ਇਹਨੂੰ ਵਿਦਨ ਡੇਜ਼ ਮੈਂ ਸਮਝਦਾ ਇਹਨੂੰ ਤੁਸੀਂ ਮੁਕੰਮਲ ਕਰੋ। ਥੇਰੀਆਂ ਵੀ ਸਾਡੇ ਤੇ ਅਸੀਂ ਐਜੀਟੇਸ਼ਨ ਕਰਦੇ ਆ, ਹੋਰ ਲੋਕਾਂ ਕਰ ਖਾਤੇ ਇਹ ਤਾਂ ਹੱਦ ਹੀ ਹੋ ਗਈ ਆ। ਥੱਲਿਓਂ ਪਤਾ ਹੀ ਨਹੀਂ ਵੀ ਬੱਸ ਥੱਲੇ ਗੱਡੀ ਦੀ ਗੱਡੀ ਵੜ ਜਵੇ। ਤੇ ਜੇ ਕਹਿੰਦੇ ਨਹੀਂ ਜੀ ਇਹ ਤਾਂ 55 ਸਾਲ ਪਹਿਲਾਂ ਦਾ। ਤੇ ਇੱਕ ਗੱਲ ਕੇਬਲ ਉਹਨਾਂ ਵਾਲੀ ਵੀ ਇਸ ਇਨਕੁਆਇਰੀ 'ਚ ਉਹਨਾਂ ਦੇ ਆਫੀਸਰ ਤੇ ਵੀ FIR ਦਰਜ ਹੋਏਗੀ। ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈ ਉਹਨਾਂ ਤੇ ਵੀ FIR ਦਰਜ ਹੋਏਗੀ, ਜਿਹੜੀਆਂ ਤਾਰਾਂ ਵਿਛਾਉਂਦੇ ਆ ਤੇ ਜਿਹੜੇ ਇਹਨਾਂ ਨੂੰ ਪਰਮਿਸ਼ਨ ਦਿੰਦੇ ਆ ਉਹਨਾਂ ਤੇ ਵੀ। ਇਹ ਬਹੁਤ ਵੱਡੀ ਇੱਕ ਜਿਹੜੀ ਮੈਂ ਸਮਝਦਾ ਥੱਕ ਗਏ ਆ ਵੀ ਅਸੀਂ ਗੱਡੀਆਂ ਲੈ ਕੇ ਜਾਈਏ ਤਾਂ ਪਤਾ ਨਾ ਲੱਗੇ ਕਰ ਥੱਲੇ ਚਲੇ ਜਾਈਏ। ਇਹ ਤਾਂ ਸ਼ੁਕਰ ਕਰੋ ਜੇ ਰੱਬ ਨਾ ਜੇ ਕੋਈ ਇਨਸੀਡੈਂਸ ਹੋ ਜਾਂਦਾ, ਜੇ ਕੋਈ ਮਿਸਹੈਪਨਿੰਗ ਹੋ ਜਾਂਦੀ ਫਿਰ ਅਸੀਂ ਮੂੰਹ ਦਿਵਾਉਣ ਜੋਗੇ ਸੀਗੇ ਕੋਈ? ਅਸੀਂ ਕਰੋੜਾਂ ਰੁਪਏ ਦੀਆਂ ਸੜਕਾਂ ਪ੍ਰੀਮਿਕਸ ਪਾ ਰਹੇ ਹਾਂ ਉੱਤੇ। ਸਿੱਧੂ ਸਾਹਿਬ ਦਾ ਮੰਜਾ ਵੀ ਕਾਂਗਰਸ ਭਵਨ 4 ਮਹੀਨੇ ਹੋ ਗਏ ਉਡੀਕਦਾ ਏ ਤੇ ਕਾਂਗਰਸ ਭਵਨ ਵੀ ਉਡੀਕਦਾ ਏ। ਦੀਵਾਲੀ ਦੀਵਾਲੀ ਵਾਲੇ ਦਿਨ ਕਾਂਗਰਸ ਭਵਨ ਜਾ ਕੇ ਦੀਪ ਦੂਪ ਮਾਲਾ ਕਰੇ ਹੁਣ। ਉਹ ਹੱਦ ਹੋ ਗਈ। ਪ੍ਰਧਾਨ ਨੇ ਉਹ, ਪਰ ਉਹ ਹੁਣ ਜਦੋਂ ਆਪ ਦਫ਼ਤਰ ਨਹੀਂ ਜਾਂਦੇ, ਮੰਤਰੀ ਨਹੀਂ ਜਾਂਦੇ ਤੇ ਮਾੜਾ ਮੋਟਾ ਉਹ ਮੰਜੇ ਦੇ ਵੀ ਦੇਖਣ, ਜੀ ਮੀਡੀਆ ਵਾਲੇ ਵੀ ਦੇਖਣ ਮੰਜਾ ਹੈ ਜਾਂ ਚਲਾ ਗਿਆ। ਮੈਨੂੰ ਕੈਪਟਨ ਸਾਹਿਬ ਸਤਿਕਾਰਯੋਗ ਨੇ, ਸਾਡੇ ਲੀਡਰ ਰਹੇ ਨੇ, ਅੱਜ ਵੀ ਸਤਿਕਾਰਯੋਗ ਨੇ। ਮੈਂ ਤਾਂ ਹਮੇਸ਼ਾ ਕਿਹਾ ਨਿੱਜੀ ਤੌਰ ਤੇ ਡਟ ਕੇ ਉਹਨਾਂ ਨਾਲ ਖੜੇ ਨਿੱਜੀ ਤੌਰ ਤੇ। ਪਰ ਜਿਹੜਾ ਕੰਮ ਆ, ਜਿਹੜਾ ਅਮਿਤ ਸ਼ਾਹ ਹੋਣੀ ਜਾਂ ਹੋਰ ਜਿਹੜੀਆਂ ਨਿਊਜ਼ ਖਬਰਾਂ ਸੁਣਦੇ ਆ ਆਪਾਂ, ਇਹ ਚੀਜ਼ਾਂ ਤੋਂ ਮੈਨੂੰ ਲੱਗਦਾ ਏ ਕਿਤੇ ਕੈਪਟਨ ਸਾਹਿਬ ਬ੍ਰੇਕ ਲੱਗੀ ਆ ਦੁਬਾਰਾ। ਨਿੱਤ ਦਿਨ ਲੁਧਿਆਣੇ ਦੇ ਵਿੱਚ ਹਾਦਸੇ ਹੋ ਰਹੇ ਨੇ। ਕਦੀ ਸੜਕ ਧੱਸ ਜਾਂਦੀ ਹੈ ਤੇ ਕਦੀ ਸੜਕ ਦੇ ਵਿੱਚ ਗੱਡੀਆਂ ਧੱਸ ਜਾਂਦੀਆਂ ਨੇ ਅਤੇ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਵੀ ਨਾਮ ਦਿੱਤਾ ਹੋਇਆ। ਪਰ ਉਸੇ ਸਮਾਰਟ ਸਿਟੀ ਦੀਆਂ ਪੋਲ ਖੁੱਲ੍ਹ ਜਾਂਦੀ ਹੈ ਜਦੋਂ ਕੁਝ ਹੀ ਮਹੀਨਿਆਂ ਦੇ ਵਿੱਚ ਤੀਜੀ ਵਾਰ ਇੱਕ ਸੜਕ ਦੇ ਵਿੱਚ ਗੱਡੀ ਧੱਸ ਗਈ, ਜਿਸ ਦਾ ਜਾਇਜ਼ਾ ਲੈਣ ਅੱਜ ਖੁਦ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਆਏ ਅਤੇ ਰਵਨੀਤ ਸਿੰਘ ਬਿੱਟੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰੇ ਤੇ ਸਭ ਤੋਂ ਪਹਿਲਾਂ ਪਰਚਾ ਦਰਜ ਕਰੋ। ਸਭ ਤੋਂ ਪਹਿਲੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਅਤੇ ਕੋਈ ਵੀ ਅਫਸਰ ਆਪਣੇ ਤੇ ਜ਼ਿੰਮੇਵਾਰੀ ਨਹੀਂ ਲੈ ਰਿਹਾ ਕਿ ਇਹ ਹਾਦਸਾ ਹੋਇਆ ਕਿਉਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਤੰਜ਼ ਕੱਸੇ। ਉਹਨਾਂ ਨੇ ਕਿਹਾ ਕਿ ਕਾਂਗਰਸ ਭਵਨ ਉਹਨਾਂ ਨੂੰ ਉਡੀਕ ਰਿਹਾ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਨਾਂ ਨੇ ਨਸੀਹਤ ਦਿੱਤੀ ਹੈ। ਹੋਰ ਕੀ ਕਹਿਣਾ ਸੀਗਾ ਰਵਨੀਤ ਸਿੰਘ ਬਿੱਟੂ ਦਾ, ਉਹ ਵੀ ਤੁਸੀਂ ਸੁਣ ਲਓ। ਇਹ ਕਮਿਸ਼ਨਰ ਪੁਲਿਸ ਜਿਹੜੇ ਸਾਡੇ ਭੁੱਲਰ ਸਾਹਿਬ ਨੇ, ਉਹਨਾਂ ਨੂੰ ਪਹਿਲਾਂ ਇਹ ਕਹਿਣ ਲੱਗਿਆ ਵੀ ਸਭ ਤੋਂ ਪਹਿਲਾਂ FIR ਦਰਜ ਕਰੋ ਮੇਰੇ ਨਾਲ, ਕਿਉਂਕਿ ਇਹ ਲੋਕਾਂ ਦਾ ਪੈਸਾ, ਲੋਕਾਂ ਨੇ ਸਾਨੂੰ MP ਚੁਣਿਆ। ਸਰ ਮੈਂ ਰਵਨੀਤ ਬਿੱਟੂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ। ਆ ਸਾਰੇ ਮੀਡੀਆ ਦੇ ਮੂਹਰੇ ਮੈਂ ਗੱਲ ਕਰ ਰਿਹਾ। ਪਹਿਲਾਂ ਇਹ ਜਿਹੜਾ ਤੁਸੀਂ ਵੀ ਹਾਦਸਾ ਸ਼ਰਮਿੰਦਾ ਬੜਾ ਸਾਰੇ ਲੁਧਿਆਣੇ ਵਾਲੇ ਹੋਏ ਆ। ਇੱਕ ਮੇਰੇ ਤੇ ਸਭ ਤੋਂ ਪਹਿਲਾਂ ਤਾਂ ਇਹ ਕੰਪਲੇਂਟ 'ਚ ਇੱਕ ਮੇਰਾ ਦਰਜ ਕਰੋ, 9 ਮੈਂਬਰ ਪਾਰਲੀਮੈਂਟ ਦਾ ਇਨਕੁਆਇਰੀ ਕਰੋ, ਕਿਉਂਕਿ ਕੋਈ ਵੀ ਇਹ ਦੱਸਣ ਨੂੰ ਤਿਆਰ ਨਹੀਂ। ਜੇ ਕਮਿਸ਼ਨਰ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ ਇਹ ਜ਼ੋਨਲ ਕਮਿਸ਼ਨਰ ਦੀ ਜ਼ਿੰਮੇਵਾਰੀ ਆ। ਜ਼ੋਨਲ ਕਮਿਸ਼ਨਰ ਨਾਲ ਕਰਦੇ ਉਹ ਕਹਿੰਦੇ ਇੱਕ IAS ਆਫੀਸਰ ਨੇ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਆ। ਜੇ ਉਹਨਾਂ ਨਾਲ ਕਰਦੇ ਆ ਉਹ ਕਹਿੰਦੇ ਜੀ ਨਹੀਂ ਇਹ B&R ਵਾਲਿਆਂ ਦੀ ਜ਼ਿੰਮੇਵਾਰੀ ਆ। ਜੇ B&R ਵਾਲਿਆਂ ਨਾਲ ਕਰਦੇ ਆ ਉਹ ਕਹਿੰਦੇ ਆ ਜੀ ਇਹ ਮੇਨਟੇਨੈਂਸ ਵਾਲੇ ਜਿਹੜੇ ਇਹਨੂੰ ਦੇਖਦੇ ਆ, ਸੈੱਲ ਆਪਰੇਸ਼ਨ ਵਾਲੇ, ਉਹਨਾਂ ਦੀ ਜ਼ਿੰਮੇਵਾਰੀ ਆ। ਮੇਰੀ ਬੇਨਤੀ ਹੈ ਕਿਸੇ ਗਰੀਬ ਤੇ ਕਿਉਂ ਹੋਵੇ, ਸਭ ਤੋਂ ਪਹਿਲਾਂ ਇਹ ਮੇਰਾ, ਕਿਉਂਕਿ ਮੈਂ ਵੀ ਅਫਸਰ ਲਵਾਏ ਹੋ ਸਕਦੇ ਆ, ਮੈਂ ਵੀ ਠੇਕੇਦਾਰਾਂ ਨੂੰ ਮਦਦ ਕੀਤੀ ਜਾ ਸਕਦੀ ਆ। ਮੇਰੇ ਤੋਂ ਲੈ ਕੇ ਇਹ ਮੇਅਰ ਸਾਹਿਬ ਤੋਂ ਲੈ ਕੇ ਕਮਿਸ਼ਨਰ ਜ਼ੋਨਲ ਤੋਂ ਲੈ ਕੇ ਇਹ SDO ਐਕਸੀਅਨ ਜਿਹੜੇ ਵੱਡੇ ਅਫਸਰ ਨੇ, ਠੇਕੇਦਾਰ ਤੱਕ, ਇਹ ਪੁਲਿਸ ਆਪਣੇ ਹੱਥ। ਇਹ ਮੇਰੇ ਨਾਲ ਕਾਰਪੋਰੇਸ਼ਨ ਕਮਿਸ਼ਨਰ ਵਾਲੇ ਇਹ ਗੱਲ ਵੀ ਕਹਿ ਸਕਦੇ ਆ, ਪਰ ਇਸ ਕਰਕੇ ਮੈਂ ਪਹਿਲਾਂ ਕਹਿ ਰਿਹਾ ਵੀ ਮੇਰਾ ਇਸ FIR 'ਚ ਨਾਂ ਲਿਖਿਆ ਜਾਵੇ। ਜੇ ਕੋਈ ਹਾਦਸਾ ਹੋ ਜਾਂਦਾ ਸਭ ਤੋਂ ਵੱਡੀ ਮੇਰੀ ਜ਼ਿੰਮੇਵਾਰੀ ਆ। ਤੁਸੀਂ ਮੇਰੀ ਬੇਨਤੀ ਹੈ ਤਫਤੀਸ਼ ਆ ਜਿਹੜੀ ਇਹ ਆਪਣੇ ਹੱਥ ਲੈ ਕੇ ਇਹਨੂੰ ਵਿਦਨ ਡੇਜ਼ ਮੈਂ ਸਮਝਦਾ ਇਹਨੂੰ ਤੁਸੀਂ ਮੁਕੰਮਲ ਕਰੋ। ਇਹ ਕਿਉਂਕਿ ਬਣਨਾ ਨਹੀਂ ਜੇ ਟੌਪ ਤੋਂ ਨਹੀਂ ਸ਼ੁਰੂ ਕਰਾਂਗੇ ਤੇ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇਹ ਕਾਰਵਾਈ ਜਲਦੀ ਤੋਂ ਜਲਦੀ। ਮੇਰੀ ਬੇਨਤੀ ਆ, ਮੈਂ ਆ ਕੇ ਇਦੋਂ ਬਾਅਦ ਤੁਹਾਨੂੰ ਪਰਸਨਲ ਵੀ ਮਿਲਦਾ। ਠੀਕ ਹੈ, ਠੀਕ ਹੈ। ਦੇਖੋ ਇਹ ਤਮਾਸ਼ਾ ਨਹੀਂ ਚੱਲਣਾ, ਇਹ ਜ਼ਿੰਮੇਵਾਰੀ ਲੈਣੀ ਪੈਣੀ ਆ ਤੇ ਮੇਰੀ ਜ਼ਿੰਮੇਵਾਰੀ ਇਹ ਸਭ ਤੋਂ ਵੱਡੀ ਆ ਤੇ ਮੈਂ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਤੇ ਮੇਰੇ ਤੇ FIR ਇਸ ਗੱਲ ਦੀ ਮੈਂ ਪਹਿਲਾਂ ਕਿਹਾ ਵੀ ਆਪਣੇ ਆਪ ਬਥੇਰੀਆਂ ਵੀ ਸਾਡੇ ਤੇ ਅਸੀਂ ਐਜੀਟੇਸ਼ਨ ਕਰਦੇ ਆ, ਹੋਰ ਲੋਕਾਂ ਕਰ ਖਾਤੇ ਇਹ ਤਾਂ ਹੱਦ ਹੀ ਹੋ ਗਈ ਯਾਰ। ਥੱਲਿਓਂ ਪਤਾ ਹੀ ਨਹੀਂ ਵੀ ਬੱਸ ਥੱਲੇ ਗੱਡੀ ਦੀ ਗੱਡੀ ਵੜ ਜਵੇ। ਤੇ ਜੇ ਕਹਿੰਦੇ ਨਹੀਂ ਜੀ ਇਹ ਤਾਂ 55 ਸਾਲ ਪਹਿਲਾਂ ਦਾ। ਤੇ ਇੱਕ ਗੱਲ ਹੋਰ ਮੈਂ ਭੁੱਲ ਗਿਆ, ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਹੜੀ ਇਹ ਜਿਹੜੇ ਕੇਬਲ ਕੰਪਨੀਆਂ ਹੈ ਜਿਹੜੀਆਂ ਕੇਬਲ ਵਿਛਾਉਂਦੀਆਂ ਜਾਂ ਜਿਹੜੇ ਆ ਟੈਲੀਫੋਨ
ਜਿਹੜੀਆਂ ਇਹ ਮਸ਼ੀਨਾਂ ਵੱਡੀਆਂ ਲਾ ਕੇ, ਕਿਉਂਕਿ ਥੱਲੇ ਸੀਵਰੇਜ ਜਾ ਰਹੇ ਆ, ਜਿਹੜੇ ਸੀਵਰੇਜ ਜਾ ਰਹੇ ਆ ਥੱਲੇ, ਉਹਨਾਂ ਦੇ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਉਹਨਾਂ 'ਚ ਸਰਾਖ ਹੋ ਜਾਂਦਾ ਥੱਲੇ, ਕਿਉਂਕਿ 20-30 ਫੁੱਟ ਨੇ। ਉਹਨਾਂ ਜਦੋਂ ਸਰਾਖ ਇਹ ਕਰਦੇ ਆ, ਪਰਮਿਸ਼ਨ ਤਾਂ ਕਾਰਪੋਰੇਸ਼ਨ ਤੋਂ ਲੈਂਦੇ ਆ, ਤੇ ਥੱਲੇ ਕਿਸੇ ਨੂੰ ਕੀ ਸੁਪਨਾ ਆ ਜਾਂਦਾ ਕਾਰਪੋਰੇਸ਼ਨ ਵਾਲਿਆਂ ਨੂੰ। ਜਦੋਂ ਮੈਂ ਕਿਹਾ ਜੀ, ਉਹ ਕਹਿੰਦੇ ਜੀ ਸਾਡੀ ਜ਼ਿੰਮੇਵਾਰੀ ਕਿੱਥੋਂ ਆ। ਸਾਨੂੰ ਜਦੋਂ ਇਹ ਥੱਲੇ ਉਹ ਆਪਣੇ ਸੁਰਾਖ ਕਰਦੇ ਆ ਤਾਰਾਂ ਪਾਉਣ ਲਈ, ਇਹ ਜਿਹੜੇ ਕੇਬਲ ਵਾਲੇ ਤੇ ਟੈਲੀਫੋਨ ਕੇਬਲ ਵਾਲੇ, ਉਹ ਥੱਲੇੋਂ ਕਿਸੇ ਨਾ ਕਿਸੇ ਪਾਈਪ 'ਚ ਮੋਰੀ ਕਰ ਦਿੰਦੇ ਆ, ਕਿਉਂਕਿ ਇਹ ਸਟਰਕਚਰ ਜਿਹੜਾ ਢਾਂਚਾ ਹੈ ਅੱਜ ਤਾਂ ਨਹੀਂ ਬਣਿਆ, 55 ਸਾਲ 60 ਸਾਲ ਦਾ, ਉਹ ਪਾਈਪ 'ਚ ਹੌਲੀ ਸੁਰਾਖ ਹੋ ਕੇ ਪਤਾ, ਕਿਉਂਕਿ ਜਾਦੂ ਤਾਂ ਹੈ ਨਹੀਂ ਕਿਸੇ ਨੂੰ ਪਤਾ ਲੱਗ ਜੇ। ਉਹਨਾਂ ਦੀ ਜ਼ਿੰਮੇਵਾਰੀ ਵੀ ਜਿਹੜੇ ਉਹਨਾਂ ਨੇ ਪਾਈਪਾਂ 'ਚ ਮੋਰੀ ਕੀਤੀ ਆ ਥੱਲੇ, ਉਹ ਹੌਲੀ ਜਿਹੜੀ ਮਿੱਟੀ ਆ ਉਹਨਾਂ ਧੱਸਦੀ ਜਾਂਦੀ ਆ ਤੇ ਕਿਸੇ ਦਿਨ ਜਦੋਂ ਮੀਂਹ ਉੱਤੋਂ ਪੈਂਦਾ, ਉਹ ਪੋਲੀ ਹੋ ਕੇ ਡਿੱਗ ਜਾਂਦੀ ਆ। ਕੇਬਲ ਉਹਨਾਂ ਵਾਲੀ ਵੀ ਇਸ ਇਨਕੁਆਇਰੀ 'ਚ ਉਹਨਾਂ ਦੇ ਆਫੀਸਰ ਤੇ ਵੀ FIR ਦਰਜ ਹੋਏਗੀ। ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈ ਉਹਨਾਂ ਤੇ ਵੀ FIR ਦਰਜ ਹੋਏਗੀ, ਜਿਹੜੀਆਂ ਤਾਰਾਂ ਵਿਛਾਉਂਦੇ ਆ ਤੇ ਜਿਹੜੇ ਇਹਨਾਂ ਨੂੰ ਪਰਮਿਸ਼ਨ ਦਿੰਦੇ ਆ ਉਹਨਾਂ ਤੇ ਵੀ। ਤੇ ਬਹੁਤ ਵੱਡੀ ਇੱਕ ਜਿਹੜੀ ਮੈਂ ਸਮਝਦਾ ਥੱਕ ਗਏ ਆ ਲੋਕ ਵਿਚਾਰੇ ਕਿਹਦੇ ਸਿਰ ਤੇ ਨੇ। ਜੇ ਐਡਮਿਨਿਸਟ੍ਰੇਸ਼ਨ ਅਫਸਰ ਕਹੇ ਮੇਰੀ ਜ਼ਿੰਮੇਵਾਰੀ ਨਹੀਂ, ਪੋਲੀਟੀਕਲ ਬੰਦਾ ਕਹੇ ਮੇਰੀ ਜ਼ਿੰਮੇਵਾਰੀ ਨਹੀਂ, ਫਿਰ ਹੈ ਕਿਹਦੀ ਜ਼ਿੰਮੇਵਾਰੀ ਜੀ? ਇਹ ਤਾਂ ਨਿਪਟੇਰਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਮੈਨੂੰ ਯਾਦ ਆ ਰਿਹਾ ਹੈ, ਚਲੋ ਸਮਾਰਟ ਸਿਟੀ 'ਚ ਤਾਂ ਨਹੀਂ ਗਾ ਏਰੀਆ। ਬਿੱਟੂ ਜੀ ਯਾਦ ਆ ਰਿਹਾ 2 ਸਾਲ ਪਹਿਲੇ ਗੋਗੀ ਦੇ ਏਰੀਆ ਇਹ ਹੋਟਲ ਦੇ ਬਾਹਰ, ਇਹ ਹੋਟਲ ਦੇ ਹਾਂ ਬਿਲਕੁਲ ਠੀਕ ਕਹਿੰਦੇ ਹੋ ਤੁਸੀਂ। ਉਦੋਂ ਵੀ ਇਹੀ ਗੱਲਾਂ ਕੀਤੀ, ਇਹਦੀ ਫਲਾਣੇ ਦੇ FIR, ਕਿਸੇ ਦੇ FIR ਨਹੀਂ ਹੋਈ। नहीं, कदे गल नहीं की किसी ने, कभी कई FIR की आज तक गल नहीं की, कभी मैंबर पार्लीमेंट ने आके बात नहीं की, कदे चलो ये तो नहीं गल कह सकते भी जे मेयर साहब का ਜਾਂ MP ਦਾ ਘਰ ਆ ਉੱਥੇ ਕੋਈ ਸਪੈਸ਼ਲ ਕੰਮ, ਸਾਰੇ ਹੀ ਇੱਕ ਸਾਡੇ ਲਈ ਤਾਂ ਸਾਰੇ ਹੀ ਮੇਅਰ ਨੇ ਸਾਡੇ ਲਈ ਸਾਰੇ। ਪਰ ਮੈਂ ਇਹ ਗੱਲ ਜਿਹੜੀ ਤੁਸੀਂ ਕੀਤੀ ਆ, ਇਹ ਬਹੁਤ ਵਧੀਆ, ਮਤਲਬ ਇਹ ਤੁਸੀਂ ਕੁਐਸਚਨ ਰੇਜ਼ ਕੀਤਾ ਹੈ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਗੱਲ ਲੁਧਿਆਣੇ ਵਰਗੇ ਸ਼ਹਿਰ 'ਚ ਵੀ ਅਸੀਂ ਗੱਡੀਆਂ ਲੈ ਕੇ ਜਾਈਏ ਤਾਂ ਪਤਾ ਨਾ ਲੱਗੇ ਕਰ ਥੱਲੇ ਚਲੇ ਜਾਈਏ। ਇਹ ਤਾਂ ਸ਼ੁਕਰ ਕਰੋ ਜੇ ਰੱਬ ਨਾ ਜੇ ਕੋਈ ਇਨਸੀਡੈਂਸ ਹੋ ਜਾਂਦਾ, ਜੇ ਕੋਈ ਮਿਸਹੈਪਨਿੰਗ ਹੋ ਜਾਂਦੀ, ਫਿਰ ਅਸੀਂ ਮੂੰਹ ਦਿਵਾਉਣ ਜੋਗੇ ਸੀਗੇ ਕੋਈ? ਅਸੀਂ ਕਰੋੜਾਂ ਰੁਪਏ ਦੀਆਂ ਸੜਕਾਂ ਪ੍ਰੀਮਿਕਸ ਪਾ ਰਹੇ ਹਾਂ ਉੱਤੇ। ਅੱਜ ਮੈਂ ਮੰਨਦਾ ਇੱਥੇ ਜਿਹੜਾ ਸੀਵਰੇਜ ਦੀ ਬਹੁਤ ਚਿਰ ਦੀ ਪ੍ਰੋਬਲਮ ਸੀ, ਸਾਡੇ ਕਾਉਂਸਲਰ ਨੂੰ ਮੈਂ ਇਸ ਗੱਲ ਦਾ ਤੇ MLA ਸਾਹਿਬ ਜਿਹੜੇ ਇਸ ਏਰੀਏ ਦੇ ਨੇ, ਉਹਨਾਂ ਨੇ ਇਹ ਵੱਡਾ ਸੀਵਰੇਜ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਕੰਮ ਚੱਲ ਰਿਹਾ। ਪਰ ਠੇਕੇਦਾਰ ਜਿਹਨੇ ਕਿਹਾ ਸੀ ਦੀਵਾਲੀ ਤੋਂ ਪਹਿਲਾਂ ਮੈਂ ਪੂਰਾ ਕਰ ਦੂੰਗਾ, 2-2 3-3 ਬੰਦੇ ਲਾ ਕੇ ਉਹਨੇ ਇੱਥੇ ਲੋਕਾਂ ਦੀ ਬੱਸ ਕਰਾਈ ਪਈ ਆ। ਦੇਖੋ ਲੋਕ ਕਿਵੇਂ ਧੂੜ 'ਚ, ਇਹਨਾਂ ਦੀਆਂ ਦੁਕਾਨਾਂ ਹੈ ਜਿਹੜੀਆਂ ਉਹ ਫੇਲ ਹੋਈਆਂ ਪਈਆਂ ਹੈ। ਕਾਉਂਸਲਰ ਵਿਚਾਰੇ ਅੱਜ ਮੇਰੇ ਕੋਲ ਆਏ, ਉਹ ਕਹਿੰਦੇ ਜੀ ਸਾਨੂੰ ਜ਼ਿੰਮੇਵਾਰੀ ਇਹ ਦਿੱਤੀ ਗਈ ਵੀ ਇਹ ਕੰਮ ਆ ਜਿਹੜਾ ਅੱਜ ਕਿਉਂ ਉਠਾਇਆ ਗਿਆ ਕਿ ਅੱਗੇ ਵੀ ਜਦੋਂ ਅਸੀਂ ਕੋਈ ਐਜੀਟੇਸ਼ਨ ਕਰਨ ਜਾਂਦੇ ਆ, ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਹੁੰਦੇ ਆ ਨਾ, ਕੋਈ ਜ਼ਬਰਦਸਤੀ ਸਾਨੂੰ ਲੈ ਕੇ ਨਹੀਂ ਜਾਂਦਾ। ਤੇ ਆਪਣੀ ਮਰਜ਼ੀ, ਸਾਨੂੰ ਪਤਾ ਹੀ ਹੁੰਦਾ ਵੀ FIR ਸਾਡੇ ਤੇ ਦਰਜ ਹੋਣੀ ਆ, ਤੇ ਉਹ ਕੋਈ ਬੜੀ ਗੱਲ ਨਹੀਂ। ਕੀ ਹੋ ਜਾਊਗਾ ਫਿਰ? FIR ਦਰਜ ਹੋ ਜਾਊਗੀ, ਦੱਸੋ ਮੈਨੂੰ। ਜੇ FIR ਦਰਜ ਹੋ ਜਾਏਗੀ, ਮੈਂ ਤਾਂ ਆਪ ਕਹਿੰਦਾ ਕੀ ਹੋ ਜੂ ਉਹਦੇ ਨਾਲ, ਜੇ ਇਸੇ ਗੱਲ ਨਾਲ ਸੁਧਾਰ ਆਉਂਦਾ ਏ। ਪਰ ਮੈਂ ਇਹ ਕਿਉਂ ਕਹਿ ਰਿਹਾ, ਮੈਂ ਕਿਸੇ ਸਿਪਾਹੀ ਨੂੰ ਨਹੀਂ ਕਿਸੇ ਨੂੰ ਕਹਿ ਰਿਹਾ ਵੀ ਪਹਿਲਾਂ ਇਹਨੂੰ ਟੰਗੋ ਜੀ, ਪਹਿਲਾਂ ਇੱਕ ਮੁਲਾਜ਼ਮ ਨੂੰ ਟੰਗੋ, ਕਿਉਂਕਿ ਅਸੀਂ ਕਿਉਂ ਨਾ ਜ਼ਿੰਮੇਵਾਰ ਹੋਈਏ ਜੀ ਇਹਦੇ ਨਾਲ। ਇੱਕ ਗੱਲ ਹੋਰ, ਮੈਂ ਕਮਿਸ਼ਨਰ ਸਾਹਿਬ ਨੂੰ ਮੈਂ ਪਹਿਲਾਂ ਵੀ ਮੀਟਿੰਗ 'ਚ ਕਿਹਾ ਸੀ, ਮੈਂ ਹੁਣ ਵੀ ਮੇਅਰ ਸਾਹਿਬ ਨੂੰ ਕਹਿ ਕੇ ਆਇਆ, ਜੇ ਤੁਸੀਂ ਆ ਜਿਹੜੇ ਇੱਥੇ ਨਹੀਂ, ਜੇ ਸਾਰੇ ਲੁਧਿਆਣੇ 'ਚ ਕਿੰਨੇ ਬੋਰਡ ਲੱਗੇ ਆ ਕਾਰਪੋਰੇਸ਼ਨ ਦੇ ਜੀ, ਅਸੀਂ ਆਪਣੀਆਂ ਫੋਟੋਆਂ ਤਾਂ ਬੜੀਆਂ ਉਹ ਤੇ ਲਵਾ ਲੈਂਦੇ ਆ ਜਿੱਦਣ ਸਾਡਾ ਜੀ ਕਰਦਾ। ਉਹ ਤੇ ਕਿਉਂ ਨਹੀਂ ਜ਼ੋਨਲ ਕਮਿਸ਼ਨਰ ਦੇ ਜਲਦੀ ਤੋਂ ਜਲਦੀ ਜ਼ੋਨਲ ਕਮਿਸ਼ਨਰ ਦੇ ਨੰਬਰ, ਉੱਥੇ ਦੇ ਐਕਸੀਅਨ SC ਦੇ ਨੰਬਰ, ਤੇ ਜਿੱਥੇ ਵੀ ਗੜਬੜ ਹੁੰਦੀ ਆ, ਮੈਂ ਸਖਤੀ ਨਾਲ ਕਹਿਣਾ ਚਾਹੁੰਦਾ ਜਲਦੀ ਤੋਂ ਜਲਦੀ ਉਹਨਾਂ ਦੇ ਨੰਬਰ ਉਰੇ ਲਿਖੋ। ਉਹਨਾਂ ਨੂੰ ਮੈਂ ਨਹੀਂ ਕਹਿੰਦਾ ਉਹਨਾਂ ਨੇ ਟੈਲੀਫੋਨ, ਉਹਨਾਂ ਤੇ WhatsApp ਇੱਕਦਮ ਵੀਡੀਓ ਪਾਓ। ਜੇ ਕੋਈ ਇੰਸਪੈਕਟਰ, ਜੇ ਕੋਈ ਆਫੀਸਰ, ਜੇ ਕੋਈ ਠੇਕੇਦਾਰ ਕੰਮ ਨਹੀਂ ਕਰਦਾ, ਉਹਦੀ 1 ਸੈਕਿੰਡ 'ਚ ਵੀਡੀਓ ਬਣਾ ਕੇ ਲੁਧਿਆਣੇ ਵਾਲੇ ਉਹ ਜ਼ੋਨਲ ਕਮਿਸ਼ਨਰ ਦੇ, ਉਹ SC ਦੇ ਭੇਜਣ। ਇਹ ਸਾਰੇ ਨੰਬਰ ਜਿਹੜੇ ਬੋਰਡਾਂ ਤੇ ਆਉਣ ਵਾਲੇ ਦਿਨਾਂ 'ਚ ਇਹ ਲੱਗਣਗੇ ਤੇ ਵੀਡੀਓ 1 ਸੈਕਿੰਡ 'ਚ ਬਣ ਸਕਦੀ ਆ। ਮੇਰੀ ਬੇਨਤੀ ਅੱਜ ਮੈਂ ਤੁਹਾਨੂੰ ਫੇਰ, ਤੁਸੀਂ ਕਹਿੰਦੇ ਹੁੰਦੇ ਹੋ ਵੀ ਕਹਿ ਦਿੰਦਾ ਏ, ਦੇਖੋ ਸਿੱਧੂ ਸਾਹਿਬ ਦਾ ਮੰਜਾ ਵੀ ਕਾਂਗਰਸ ਭਵਨ 4 ਮਹੀਨੇ ਹੋ ਗਏ ਉਡੀਕਦਾ ਏ, ਤੇ ਕਾਂਗਰਸ ਭਵਨ ਵੀ ਉਡੀਕਦਾ ਏ। ਦੀਵਾਲੀ ਦੀਵਾਲੀ ਵਾਲੇ ਦਿਨ ਕਾਂਗਰਸ ਭਵਨ ਜਾ ਕੇ ਦੀਪ ਦੂਪ ਮਾਲਾ ਕਰੇ ਆਉਣ। ਉਹ ਲੈ ਹੱਦ ਹੋ ਗਈ, ਪ੍ਰਧਾਨ ਨੇ ਉਹ। ਪਰ ਉਹ ਹੁਣ ਜਦੋਂ ਆਪ ਦਫ਼ਤਰ ਨਹੀਂ ਜਾਂਦੇ, ਮੰਤਰੀ ਨਹੀਂ ਜਾਂਦੇ, ਤੇ ਮਾੜਾ ਮੋਟਾ ਉਹ ਮੰਜੇ ਦੇ ਵੀ ਦੇਖਣ, ਜੀ ਮੀਡੀਆ ਵਾਲੇ ਵੀ ਦੇਖਣ ਮੰਜਾ ਹੈ ਜਾਂ ਚਲਾ ਗਿਆ। ਇਹ ਵੀ ਜਾਨਣਾ ਚਾਹते हैं कि आप कैप्टन महेंद्र सिंह के साथ हैं पॉलिटिकली? ਮੈਂ ਕਾਂਗਰਸ ਨਾਲ ਆ। कैप्टन महेंद्र सिंह ने कहा कि नई पार्टी, ਮੈਂ ਕਿਹਾ ਜੀ ਮੈਂ ਕਾਂਗਰਸ ਨਾਲ, ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ कांग्रेस में अगर नई पार्टी बनाएंगे तो साथ है कि नहीं? ਮੈਂ ਕਿਹਾ ਮੈਂ ਕਾਂਗਰਸ ਨਾਲ ਆ। ਯਾਰ ਕਮਲੀ ਗੱਲ, ਸਾਨੂੰ ਕੋਈ ਮੁੱਖ ਮੰਤਰੀ ਸ਼ਿਫਟ ਦੇ ਦੇ, ਦੂਜੇ ਅਸੀਂ ਤਾਂ ਨਹੀਂ ਜਾਂਦੇ। ਸਰਦਾਰ ਬੇਅੰਤ ਸਿੰਘ ਦਾ ਖੂਨ ਡੁੱਲਿਆ ਇਸ ਲੁਧਿਆਣੇ ਸ਼ਹਿਰ ਲਈ ਯਾਰ, ਇਸ ਸ਼ਹਿਰ 'ਚ ਡੁੱਲਿਆ। ਅਸੀਂ ਕਿਸੇ ਪਾਰਟੀਆਂ ਨੂੰ ਕੀ ਕਰਨਾ ਹੈ?
ਬਿੱਟੂ ਜੀ ਕੈਪਟਨ ਸਾਹਿਬ ਨਵੀਂ ਪਾਰਟੀ ਬਣਾ ਜਾ ਰਹੇ ਉਹਨਾਂ ਨੇ ਕਹਿ ਦਿੱਤਾ ਕਿ ਨਵੀਂ ਪਾਰਟੀ ਬਣਾਵਾਂਗਾ ਅਗਰ ਮੇਰੀ ਗੱਲਬਾਤ ਨਾ ਮੈਨੂੰ ਕੈਪਟਨ ਸਾਹਿਬ ਸਤਿਕਾਰਯੋਗ ਨੇ, ਸਾਡੇ ਲੀਡਰ ਰਹੇ ਨੇ, ਅੱਜ ਵੀ ਸਤਿਕਾਰਯੋਗ ਨੇ। ਮੈਂ ਤਾਂ ਹਮੇਸ਼ਾ ਕਿਹਾ ਨਿੱਜੀ ਤੌਰ ਤੇ ਡਟ ਕੇ ਉਹਨਾਂ ਨਾਲ ਖੜੇ, ਨਿੱਜੀ ਤੌਰ ਤੇ। ਪਰ ਜਿਹੜਾ ਕੰਮ ਆ, ਜਿਹੜਾ ਅਮਿਤ ਸ਼ਾਹ ਹੁਣੀ ਜਾਂ ਹੋਰ ਜਿਹੜੀਆਂ ਨਿਊਜ਼ ਖਬਰਾਂ ਸੁਣਦੇ ਆ ਆਪਾਂ, ਇਹ ਚੀਜ਼ਾਂ ਤੋਂ ਮੈਨੂੰ ਲੱਗਦਾ ਏ ਕਿਤੇ ਕੈਪਟਨ ਸਾਹਿਬ ਬ੍ਰੇਕ ਲੱਗੀ ਆ ਦੁਬਾਰਾ। ਉਹ ਅਮਿਤ ਸ਼ਾਹ ਜੀ ਨੂੰ ਬਗੈਰ ਮਿਲੇ ਤੇ ਮੁੜਿਆ ਆਏ ਨੇ। ਅੰਦਰੋਂ ਗੱਲਬਾਤ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅਸੀਂ ਵੀ ਕਰਾਂਗੇ ਉਹ ਗੱਲਬਾਤ। ਬਿਊਰੋ ਰਿਪੋਰਟ, ਲੁਧਿਆਣਾ ਟਾਈਮਸ।